पहला मैं बुला के इंट्रोड्यूस पहला ही करवा देना जी, आप बात से गल कर लेंगे। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਜਿਹੜਾ ਮੇਨ ਮੁੱਦਾ ਜਿਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਸੀਗੀ, ਬੀਜੇਪੀ ਦੇ ਵਿੱਚ ਸ਼ਾਮਿਲ ਜਿਹੜੇ ਸਾਥੀ ਅੱਜ ਹੋਏ ਹੈ, ਫਾਜ਼ਿਲਕਾ ਤੋਂ ਕਾਂਗਰਸ ਦੇ 2 ਟਰਮਸ ਪਹਿਲਾਂ ਜਦੋਂ ਮੇਰੇ ਕੋਲ ਕਾਂਗਰਸ ਦੀ ਪ੍ਰਧਾਨਗੀ ਸੀ ਉਦੋਂ ਵੀ ਰੰਜਮ ਕਾਮਰਾ ਜੀ ਪ੍ਰਧਾਨ ਸੀਗੇ, ਬਾਅਦ 'ਚ ਨਵਜੋਤ ਸਿੱਧੂ ਜੀ ਨੇ ਜਦੋਂ ਕਮਾਨ ਸੰਭਾਲੀ ਉਹਨਾਂ ਨੇ ਵੀ ਇਹਨਾਂ ਨੂੰ ਦੁਬਾਰਾ ਫਾਜ਼ਿਲਕਾ ਡਿਸਟ੍ਰਿਕਟ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਸੀ। ਉਹਨਾਂ ਨੇ ਅੱਜ ਬੀਜੇਪੀ ਜੁਆਇਨ ਕੀਤੀ ਹੈ। ਮੈਂ ਪਾਰਟੀ ਕੰਨਿਓ ਤੇ ਆਪਣੇ ਕੰਨਿਓ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ। ਤੇ ਕਾਕਾ ਕੰਬੋਜ ਜੀ, ਸੁਖਵਿੰਦਰ ਜੀ, ਇਹ BC ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਪੰਜਾਬ ਦੇ ਜਲਾਲਾਬਾਦ ਦੇ ਵਿੱਚ, ਤੇ ਉਸ ਇਲਾਕੇ ਦੇ ਅੰਦਰ ਸਾਰੇ ਇਹਨਾਂ ਦਾ ਜਿਹੜਾ ਆਪਣਾ ਰਸੂਖ ਤੇ ਰੁਤਬਾ ਹੈ ਉਹ ਵੀ ਕਾਂਗਰਸ ਛੱਡ ਕੇ ਅੱਜ ਸਾਡੇ ਬੀਜੇਪੀ ਦੇ ਪਰਿਵਾਰ 'ਚ ਸ਼ਾਮਿਲ ਹੋਏ ਹੈ। ਤੇ ਇੱਥੇ ਹੀ ਇਹਨਾਂ ਸਾਰਿਆਂ ਦੇ ਨਾਲ ਰਾਜਵੀਰ ਜੀ ਅੰਮ੍ਰਿਤਸਰ ਤੋਂ, ਜਿਹਨਾਂ ਦਾ ਪਰਿਵਾਰ ਹਮੇਸ਼ਾ ਅੰਮ੍ਰਿਤਸਰ ਦੀ ਸੇਵਾ 'ਚ ਜੁੜੇ ਰਿਹਾ, ਇਹਨਾਂ ਦੇ ਪੂਰਾ ਪਰਿਵਾਰ ਗ੍ਰੈਂਡਫਾਦਰ ਤੋਂ ਲੈ ਕੇ ਬ੍ਰਾਹਮਣ ਸਭਾ ਦੇ ਪੰਜਾਬ ਦੇ ਆਲ ਇੰਡੀਆ ਬ੍ਰਾਹਮਣ ਸਭਾ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਰਾਜਵੀਰ ਜੀ ਨੇ ਵੀ ਅੱਜ ਸਾਡੇ ਨਾਲ ਬੀਜੇਪੀ ਜੁਆਇਨ ਕੀਤੀ ਹੈ। ਮੈਂ ਇਹਨਾਂ ਦਾ ਸਵਾਗਤ ਕਰਦਾ। ਜਿੱਥੇ ਇਹਨਾਂ ਦਾ ਸਵਾਗਤ ਕਰਦੇ ਹਾਂ, ਇਟ ਵਿਲ ਨਾਟ ਬੀ ਐਪਰੋਪਰੀਏਟ ਵੀ ਅੱਜ ਸਿਰਫ ਇਸ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਰੁਕ ਜਾਏ, ਔਰ ਪੰਜਾਬ ਦੀ ਗੱਲ ਕਰਨੀ ਵੀ ਜ਼ਰੂਰੀ ਬਣਦੀ ਹੈ। ਅੱਜ ਇੱਕ ਬਹੁਤ ਹੀ ਚਿੰਤਾਜਨਕ ਜਿਹੜੀ ਨਿਊਜ਼ ਰਿਪੋਰਟ ਮੈਂ ਦੇਖੀ ਹੈ, ਅਨਇੰਪਲੋਇਮੈਂਟ ਬੇਰੋਜ਼ਗਾਰੀ ਨੂੰ ਲੈ ਕੇ ਜਿਸ ਕਿਸਮ ਦੇ ਹਾਲਾਤ ਪੰਜਾਬ 'ਚ ਬਣੇ ਹੈ, ਤੇ ਆ ਤੁਹਾਡੇ ਰਾਹੀਂ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਹੜੇ ਹਰੇਕ ਥਾਂ ਆਪਣੇ ਆਪ ਦਾ ਪਿਛੋਕੜ ਗਿਣਾਉਂਦੇ ਆ, ਮੈਂ ਸਤੌਜ ਦਾ ਮੁੰਡਾ, ਤੇ ਉਹ ਕਹਿੰਦੇ ਸਤੌਜ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਚੱਪੇ ਚੱਪੇ ਦੀ ਜਾਣਕਾਰੀ ਰਹਿੰਦੀ ਹੈ। ਅੱਜ ਉਹਨਾਂ ਦੇ ਧਿਆਨ 'ਚ ਸ਼ਾਇਦ ਉਹਨਾਂ ਦੇ ਕਿਤੇ ਨਾ ਕਿਤੇ ਚੱਪੇ ਚੱਪੇ ਦੀ ਜਾਣਕਾਰੀ ਦੇ ਵਿੱਚ ਕਿਤੇ ਕਮੀ ਰਬੇਸ਼ੀ ਰਹਿ ਗਈ ਹੋਵੇ। ਸਤੌਜ ਦੇ ਬੱਚੇ
ਸਤੌਜ ਤੋਂ 160 ਕਿਲੋਮੀਟਰ ਦੂਰ ਜਾ ਕੇ ਹੁਸ਼ਿਆਰਪੁਰ ਦੇ ਅੰਦਰ ਸਫਾਈ ਕਰਮਚਾਰੀ ਤੇ ਸੀਵਰਮੈਨ ਦੀ ਨੌਕਰੀ ਵਾਸਤੇ ਹੁਸ਼ਿਆਰਪੁਰ ਪਹੁੰਚੇ ਹੋਏ ਕੱਲ। ਤਨਖਾਹ ਹੈ 8,000 ਰੁਪਏ। ਆਪਣੇ ਪਰਿਵਾਰ ਤੋਂ 160 ਕਿਲੋਮੀਟਰ 8,000 ਰੁਪਏ ਦੀ ਨੌਕਰੀ ਵਾਸਤੇ ਪੰਜਾਬ ਦਾ ਨੌਜਵਾਨ ਚੱਲ ਕੇ ਜਾ ਰਿਹਾ ਹੈ। ਕੱਲੇ ਪੰਜਾਬ ਦਾ ਹੀ ਨਹੀਂ, ਮੈਂ ਸਮਝਦਾ ਸਤੌਜ ਦਾ ਨਾਮ ਵੀ ਜ਼ਰੂਰ ਮੈਂ ਲੈਣਾ ਇਸ ਕਰਕੇ, ਕਿਉਂਕਿ ਬੱਚਾ ਚਾਹੇ ਸਤੌਜ ਦਾ ਹੋਵੇ ਚਾਹੇ ਉਹ ਮੇਰੇ ਪਿੰਡ ਪੰਚਕੋਸੀ ਦਾ ਹੋਵੇ, ਆਪਣੀ ਨੌਕਰੀ ਵਾਸਤੇ ਦਰ-ਦਰ ਭਟਕਦਾ ਰਹੇ। ਜਿੱਥੇ ਆ ਕੱਟਰ ਇਮਾਨਦਾਰ ਸਰਕਾਰ ਕਹਿੰਦੀ ਹੈ ਵੀ ਅਸੀਂ ਸਾਰਿਆਂ ਨੂੰ ਰੋਜ਼ਗਾਰ ਦੇ ਰਹੇ ਹਾਂ, 2.5 ਲੱਖ ਰੋਜ਼ਗਾਰ ਅਸੀਂ ਦੇਤੇ, ਉਹ ਸਾਰੀਆਂ ਗੱਲਾਂ ਦਾ ਪਰਦਾ ਖੋਲਦਾ ਹੈ। ਪਰ ਇਹਦੇ ਨਾਲ ਜਿਹੜਾ ਇਸ ਤੋਂ ਵੀ ਜ਼ਿਆਦਾ ਬੇਰੋਜ਼ਗਾਰੀ ਸਮੱਸਿਆ ਹੈ, ਸਾਰੇ ਕਿਸੇ ਤੋਂ ਲੁਕੀ ਨਹੀਂ, ਬਟ ਇਹਦੀ ਗ੍ਰੈਵਿਟੀ ਜਿਹੜੀ ਹੈ ਇਹਦੇ ਨਾਲ ਜਿਸ ਦੇ ਸਾਰੇ ਪੰਜਾਬ ਦੇ ਮੱਥੇ ਦੇ ਉੱਤੇ, ਮੈਂ ਸਮਝਦਾ ਇਕੱਲੇ ਆਮ ਆਦਮੀ ਪਾਰਟੀ ਦਾ ਨਹੀਂ, ਪੂਰੇ ਸਾਡੇ ਐਜੂਕੇਸ਼ਨ ਸਿਸਟਮ ਦੇ ਉੱਤੇ, ਸਾਡੇ ਪੂਰੇ ਪੋਲੀਟੀਕਲ ਸਿਸਟਮ ਦੇ ਮੱਥੇ ਤੇ ਇੱਕ ਕਲੰਕ ਹੈ ਵੀ ਉਹ ਬੱਚੇ ਜਿਹੜੇ ਉੱਥੇ ਰੁਜ਼ਗਾਰ ਲੈਣ ਗਏ ਹੈ, ਉਹਨਾਂ ਦੇ ਵਿੱਚ ਇੱਕ ਬੱਚਾ ਸਿਵਲ ਇੰਜੀਨੀਅਰ ਹੈ, ਇੱਕ ਬੱਚਾ MCA ਜਿਹਨੇ ਕਰ ਰੱਖੀ ਹੈ, ਉਹ ਉੱਥੇ ਰੁਜ਼ਗਾਰ ਵਾਸਤੇ ਲਾਈਨਮੈਨ ਸੀਵਰੇਜ ਦੇ ਸਫਾਈ ਵਾਸਤੇ ਜਾ ਰਿਹਾ। ਦੋ ਆਈ ਬਿਲੀਵ ਇਨ ਡਿਗਨਿਟੀ ਆਫ ਲੇਬਰ। ਕੰਮ ਕੋਈ ਵੀ ਮਾੜਾ ਨਹੀਂ ਸਾਹਿਬ, ਲੋਕ ਕਰਦੇ ਆ। ਦੋ ਦਾ ਸੁਪਰੀਮ ਕੋਰਟ ਹੈ, ਬਾਰ-ਬਾਰ ਕੋਰਟਸ ਕਹਿੰਦੀਆਂ ਵੀ ਆ ਮੈਨੂਅਲ ਸਕੈਵੈਂਜਿੰਗ ਬੰਦ ਕਰਾਓ। ਰੋਜ਼ ਆਪਾਂ ਦੇਖਦੇ ਆ ਸੀਵਰ ਦੇ ਅੰਦਰ ਗਰੀਬ ਪਰਿਵਾਰਾਂ ਦੇ ਸਾਡੇ, ਉਹ ਵੀ ਸਾਡੇ ਭਰਾ ਹੈ ਜਿਹੜੇ ਆ ਕੰਮ ਕਰਦੇ ਹੈ, ਉਹਨਾਂ ਵਿਚਾਰਿਆਂ ਦੇ ਜਿਸ ਹਾਲਾਤ 'ਚ ਉਹ ਕੰਮ ਕਰਦੇ ਹੈ। ਬਟ ਦਾ ਮੋਸਟ ਡਿਸਟਰਬਿੰਗ ਪਾਰਟ ਇਜ਼ ਜਿਹੜੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਸ਼ਰਮ ਦਾ ਮੁਕਾਮ ਬਣਦਾ ਵੀ ਇੰਨੀਆਂ ਡਿਗਰੀਆਂ ਲੈ ਕੇ ਵੀ ਉਹ ਲੋਕ ਇੱਕ ਅਨਸਕਿਲਡ ਜੌਬ ਜੋ ਬੱਚਾ ਬਿਨਾਂ ਪੜ੍ਹਾਈ ਦੇ ਜਾਂ ਕਰ ਸਕਦਾ ਹੈ, ਉੱਥੇ MCA ਤੇ ਸਿਵਲ ਇੰਜੀਨੀਅਰ ਜਿਹੜੇ ਹੈ ਜਿਨ੍ਹਾਂ ਨੇ 3-3 ਸਾਲ ਦਾ ਡਿਪਲੋਮਾ ਕਰ ਰੱਖਿਆ, ਮਹੀਨੇ ਦੇ ਉਹਨਾਂ ਨੂੰ ਇੰਜੀਨੀਅਰ ਦੀ ਡਿਗਰੀ ਮਿਲ ਜਾਣੀ ਹੈ, ਉਹ ਉੱਥੇ ਜਾ ਕੇ 8,000 ਰੁਪਏ ਦੀ ਨੌਕਰੀ ਵਾਸਤੇ ਘਰੋਂ ਦੂਰ ਜਾ ਕੇ ਸੀਵਰਮੈਨ ਦੇ ਕੰਮ ਵਾਸਤੇ ਅਪਲਾਈ ਕਰ ਰਹੇ ਹੈ। ਮੇਰੀ ਬੇਨਤੀ ਹੈ ਭਗਵੰਤ ਮਾਨ ਜੀ, ਫੋਟੋਆਂ ਖਿਚਾਣੀਆਂ ਬੰਦ ਕਰੋ, ਝੂਠੇ ਦਾਅਵੇ ਕਰਨੇ ਬੰਦ ਕਰੋ ਗਰਾਊਂਡ ਰਿਐਲਿਟੀਜ਼ ਦੇ ਨਾਲ, ਕਿਉਂਕਿ ਤੁਸੀਂ ਆਮ ਬੰਦਿਆਂ ਦੀ ਗੱਲ ਕਰਕੇ ਇੱਥੇ ਸਰਕਾਰ ਬਣਾਈ ਸੀ, ਆਮ ਬੰਦਿਆਂ ਦੀ ਸਰਕਾਰ ਨਹੀਂ ਰਹਿ ਗਈ, ਖਾਸ ਬੰਦਿਆਂ ਦੀ ਸਰਕਾਰ ਬਣ ਗਈ। ਇਹਨਾਂ ਪਾਸੇ ਧਿਆਨ ਕਰੋ। ਦੂਜੀ ਗੱਲ ਜਿਹੜੀ ਅੱਜ ਮੈਂ ਹਰੇਕ ਮੰਚ ਤੋਂ ਕਹਿ ਰਿਹਾ ਤੇ ਅੱਜ ਉਹਦਾ ਜਿੰਦਾ ਜਾਗਦਾ ਸਬੂਤ ਮੈਂ ਅੱਜ ਤਕਲੀਫ ਦਿੱਤੀ ਹੈ ਜਗਦੀਪ ਨਕਈ ਜੀ ਨੂੰ। ਇਹਨਾਂ ਨੇ ਕੱਲ ਇੱਕ ਮਸਲਾ ਧਿਆਨ 'ਚ ਲੈ ਕੇ ਆਏ ਜਿਹੜਾ ਮੈਂ ਕੱਲ ਲੁਧਿਆਣੇ ਸਾਡੀ ਵਰਕਰਸ ਦੀ ਮੀਟਿੰਗ ਸੀਗੀ, ਉੱਥੇ ਵੀ ਰੇਜ਼ ਕੀਤਾ। ਅੱਜ ਮੈਂ ਫਿਰ ਇੱਕ ਵਾਰੀ ਫਿਰ ਤੁਹਾਡੇ ਰਾਹੀਂ ਇਸ ਸਰਕਾਰ ਦੇ ਕੰਨਾਂ 'ਚ ਪਾਉਣਾ ਚਾਹੂੰਗਾ, ਬਿਕੋਜ਼ ਨਸ਼ੇ ਦੇ ਕਰਕੇ ਜਿਹੜਾ ਤਾਕਤ ਦਾ ਨਸ਼ਾ ਹੈ ਉਹਦੇ ਕਰਕੇ ਇਹਨਾਂ ਨੇ ਗੱਲਾਂ ਸੁਣਨੀਆਂ ਬੰਦ ਕਰਤੀਆਂ। ਬਟ ਮੈਂ ਆਪਣੀ ਗੱਲ ਰੱਖੂੰਗਾ। ਹੁਣ ਤੋਂ ਪਹਿਲਾਂ ਸਾਹੂਕਾਰਾਂ ਕੋਲ, ਵੱਡੇ ਬਿਜ਼ਨਸਮੈਨ ਕੋਲ ਫਿਰੌਤੀਆਂ ਦੇ ਫੋਨ ਆਉਂਦੇ ਸੀਗੇ। ਉਹਦੇ ਬਾਅਦ ਛੋਟੇ ਮੁਨਿਆਰੀ ਵਾਲੀ ਦੁਕਾਨਾਂ ਕੋਲ ਫੋਨ ਜਾਣ ਲੱਗੇ। ਕੱਲ ਇੱਕ ਪਹਿਲਾਂ ਸਾਡੇ ਮਾਨਸੇ ਦੇ ਅੰਦਰ ਬਾਂਸਲ ਸਾਹਿਬ ਫਾਰਮਰ ਜਿਹੜੇ MLA ਸੀ, ਉਹਨਾਂ ਨੂੰ ਵੀ ਫਿਰੌਤੀ ਦਾ ਘਰੇ ਆ ਕੇ ਮਾਰਕੁੱਟ ਵੀ ਕੀਤੀ, ਪੈਸੇ ਵੀ ਮੰਗੇ। ਕੇਸ ਅਜੇ ਉਹਦਾ ਕੁਝ ਵੀ ਪਤਾ ਨਹੀਂ ਲੱਗਿਆ। ਪਰ ਕੱਲ ਜੋ ਕੁਝ ਹੋਇਆ ਆਪਣੇ ਆਪ ਦੇ ਵਿੱਚ ਆਈ ਥਿੰਕ ਇਜ਼ ਅ ਫਸਟ ਇੰਸਟੈਂਸ। ਮੈਂ ਅਜੇ ਤਾਈਂ ਨਹੀਂ ਸੁਣਿਆ ਪ੍ਰਧਾਨ ਜੀ ਕਿਤੇ ਤੁਹਾਡੇ ਕਿਤੇ ਧਿਆਨ 'ਚ ਆਇਆ ਹੋਵੇ। ਇੱਕ ਸਰਪੰਚ ਨੂੰ ਫੋਨ ਆਉਂਦਾ ਹੈ, ਚੌਕੇ ਪਿੰਡ ਦਾ ਸਰਪੰਚ ਹੈ ਮੌੜ ਦੇ ਹਲਕੇ ਦੇ ਅੰਦਰ, ਜਿੱਥੇ ਉਹਨੂੰ ਫਿਰੌਤੀ ਦਾ ਫੋਨ ਆਉਂਦਾ 50 ਲੱਖ ਰੁਪਏ ਦੇ ਦੀ, ਨਹੀਂ ਤਾਂ ਸੋਧ ਦਿਆਂਗੇ। ਤੇ ਸਰਪੰਚ ਸਾਹਿਬ ਜਿਹੜੇ ਹੈ ਚੱਲ ਕੇ ਜਾ ਕੇ ਥਾਣੇ ਜਾਂਦੇ ਹੈ, ਤੇ ਜਦੋਂ ਥਾਣੇ ਆਪਣੀ ਕੰਪਲੇਂਟ ਦਰਜ ਕਰਾ ਰਹੇ ਆ ਉੱਥੇ ਫੇਰ ਫੋਨ ਆ ਜਾਂਦਾ ਹੈ। ਉਸ ਫੋਨ ਦਾ ਜਿਹੜਾ ਨਕਈ ਸਾਹਿਬ ਤੁਸੀਂ ਦੱਸੋ ਇਹਨਾਂ ਨੂੰ, ਜਿਹੜੀ ਹਾਲਾਤ ਜਿਹੜੇ ਹੈ ਉੱਥੇ ਉਹਨਾਂ ਦੇ ਸਾਹਮਣੇ, ਉਹ ਕਹਿ ਰਹੇ ਥਾਣੇਦਾਰ ਦੇ ਸਾਹਮਣੇ, ਔਨ ਅ ਨਾਰਮਲ ਕਾਲ, ਨਾਟ ਔਨ WhatsApp ਕਾਲ ਔਰ ਐਨੀਥਿੰਗ, ਨਾਰਮਲ ਕਾਲ ਓਰੀਜਿਨੇਟਿੰਗ ਫਰੀਦਕੋਟ ਜੇਲ੍ਹ ਚੋਂ ਕਾਲ ਆ ਰਹੀ ਹੈ। ਤੇ ਉੱਥੇ ਦੱਸੋ ਨਕਈ ਸਾਹਿਬ ਤੁਸੀਂ, ਤਾਂ ਕਿ ਇਹਦੀ ਅਥੈਂਟਿਸਿਟੀ ਲੋਕਾਂ ਨੂੰ ਪਤਾ ਲੱਗੇ ਵੀ ਸਰਕਾਰ ਦੇ ਕਲੇਮ ਜਿਹੜੇ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਕਿੱਥੇ ਹੈ। ਮੈਂ ਹੈਰਾਨ ਆ ਲਾਅ ਐਂਡ ਆਰਡਰ ਦੀ ਗੱਲ ਤੇ। ਸਾਡੇ ਪੁੱਛੋ ਮੰਡੀ 'ਚ ਫਿਰੌਤੀਆਂ ਦੀਆਂ ਕਾਲਾਂ ਆਈਆਂ, ਜਿਵੇਂ ਕਿ ਕਿਹਾ ਕਿ ਛੋਟੇ ਦੁਕਾਨਦਾਰ ਸੁਨਿਆਰਿਆਂ ਨੂੰ ਆਇਆ, ਮੌੜ ਮੰਡੀਆਂ ਆਈਆਂ। ਤੇ ਇਹ ਸਾਡਾ ਸਰਪੰਚ ਗਮਦੂਰ ਸਿੰਘ, ਸਾਬਕਾ ਸਰਪੰਚ ਚੌਕੇ, ਉਹਨੂੰ ਆਈ ਵੀ ਫਿਰੌਤੀ ਦੇ ਦੇ ਤੇ ਨਹੀਂ ਮਾਰ ਦਿਆਂਗੇ। ਗਮਦੂਰ ਸਿੰਘ ਚੌਕੇ ਪਿੰਡ। ਅੱਜ ਖਬਰ ਵੀ ਲੱਗੀ ਹੈ SSP ਸਾਹਿਬ ਦੀ। ਤੇ ਸ਼ਾਮ ਨੂੰ ਜਦ ਉਹ ਰਿਪੋਰਟ ਦੇਣ ਜਾਂਦਾ, FIR ਦਰਜ ਕਰਾਉਣ ਜਾਂਦਾ ਹੈ,
ਪੁਲਿਸ ਵਾਲਿਆਂ ਦੇ ਸਾਹਮਣੇ ਫੇਰ ਕਾਲ ਆ ਜਾਂਦੀ ਹੈ ਵੀ ਵੇਖ ਲਾ ਤੂੰ ਪੁਲਿਸ ਵਾਲਿਆਂ ਨੂੰ ਦੱਸਤਾ, ਸੀਆਈ ਵਾਲਿਆਂ ਨੂੰ ਕਹਿਤਾ ਵੀ ਤੈਨੂੰ ਨਹੀਂ ਬਖਸ਼ਣਾ, ਅਸੀਂ ਥਾਣੇ 'ਚ ਬੈਠਿਆਂ ਦੇ ਵੀ ਤੈਨੂੰ ਤੇਰਾ ਸੌਦਾ ਲਾ ਦਿਆਂਗੇ। ਸੋ ਤੁਸੀਂ ਇਹ ਵੇਖੋ ਕਿ ਆਮ ਤੌਰ ਤੇ ਅਸੀਂ ਕਹਿੰਦੇ ਹੁੰਦੇ ਆ ਕਿ ਵੀ ਹਿੰਦੂ ਬਿਜ਼ਨਸਮੈਨ, ਹਿੰਦੂ ਬਾਣੀਆਂ, ਆਪਾਂ ਅਗਰਵਾਲ ਕਮਿਊਨਿਟੀ ਕਹਿੰਦੇ ਨੇ ਵੀ ਡਰਪੋਕ ਹੈਗੇ ਆ। ਜਦੋਂ ਇਹ ਜਿਹਾ ਕੁਛ ਪਿੰਡਾਂ 'ਚ ਹੋਣ ਲੱਗ ਗਿਆ ਤਾਂ ਅਸੀਂ ਬਚਾਂਗੇ ਕਿਵੇਂ? ਆ ਪਰਸੋਂ ਹੀ ਰਾਤ ਨੂੰ ਸਾਡੇ ਪ੍ਰੈਸ ਵਾਲੇ ਸਾਡੇ ਰਾਮਪੁਰੇ ਪਿੰਡ ਗਏ ਨੇ, ਉਹ ਕਹਿੰਦੇ ਜੀ ਗਾਡਰੀ ਚੋਰੀ ਕਰਕੇ ਲੈ ਗਏ, ਤੇ ਜਿਹੜੇ ਨਸ਼ੇੜੀਏ ਨੇ ਵੀ ਇੱਕ ਹੱਦ ਟੱਪੀ ਪਈ ਹੈ, ਲਾਅ ਐਂਡ ਆਰਡਰ ਸਿਚੁਏਸ਼ਨ ਦੀ, ਤੇ ਡਰ ਤੇ ਸਹਿਮ ਸਾਡੇ ਏਰੀਏ 'ਚ ਹੋਇਆ ਪਿਆ ਵੀ ਕਰੀਏ ਤਾਂ ਕੀ ਕਰੀਏ। ਵੀ ਕੁਛ ਪੁਲਿਸ ਨਹੀਂ ਕਰ ਰਹੀ, ਕੁਛ ਐਡਮਿਨਿਸਟ੍ਰੇਸ਼ਨ ਨਹੀਂ ਕਰ ਰਹੀ, ਕਿ ਜਿਹੜੇ ਕਿ ਫੋਕੇ ਦਾਅਵੇ ਕਰ ਰਹੀ ਹੈ। ਤੇ ਮੈਨੂੰ ਫੈਮਿਲੀਜ਼ ਦਾ ਇਹ ਵੀ ਪਤਾ ਹੈ ਵੀ ਜਿਨ੍ਹਾਂ ਤੋਂ ਫਰੋਤੀਆਂ ਲੈ ਗਏ ਪਰ ਉਹਨਾਂ ਨੇ ਦਰਖਾਸਤ ਵੀ ਨਹੀਂ ਦਿੱਤੀ ਵੀ ਜਾਨ ਬਚੀ ਸੋ ਲੱਖੋਂ ਪਾਏ, ਵੀ ਕਰਨਾ ਕੀ ਹੈ। ਚੱਲ ਦੇਖੋਗੇ ਵੀ ਚੱਲ ਇੱਥੋਂ ਆਪਦਾ ਕਿਤੇ ਨਾ ਕਿਤੇ ਹੋਰ ਤੁਰ ਗਈ। ਦੇਖੋ, ਸ਼ਹਿਰਾਂ ਦਾ, ਪਿੰਡਾਂ ਦਾ, ਕਿਸੇ ਇੱਕ ਪਾਰਟਿਕੂਲਰ ਕਮਿਊਨਿਟੀ ਦਾ ਕਮਜ਼ੋਰ ਹੋਣਾ, ਡਰਪੋਕ ਹੋਣਾ, ਕੋਈ ਡਰਪੋਕ ਨਹੀਂ ਹੈ। ਪੰਜਾਬ ਦੇ ਅੰਦਰ ਜਿਹੜਾ ਬੈਠਾ ਹਰੇਕ ਕੋਈ ਸક્ષਮ ਹੈ, ਪਰ ਜਿਹੜੇ ਇਸ ਕਿਸਮ ਦੇ ਪਰਿਵਾਰ ਪ੍ਰਤੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ। ਆਪਣੇ ਉੱਤੇ ਤਾਂ ਬੰਦਾ ਝੇਲ ਲੈਂਦਾ, ਜਦੋਂ ਆਉਂਦਾ ਵੀ ਤੇਰੇ ਪੂਰੇ ਪਰਿਵਾਰ ਨੂੰ, ਬੱਚਿਆਂ ਨੂੰ, ਜਿਹੜੀ ਇਹਨਾਂ ਨੇ ਮੈਨੂੰ ਗੱਲ ਦੱਸੀ ਜਿਹੜੀ ਆ ਇੱਥੇ ਸ਼ਾਇਦ ਸਕਿਪ ਹੋ ਗਈ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੇਰੇ, ਸਾਨੂੰ ਪਤਾ ਤੂੰ ਕਿੱਥੇ ਰਹਿਣਾ, ਤੇਰੇ ਸਾਰੇ ਪਰਿਵਾਰ ਦਾ ਸੌਦਾ ਲਾ ਦਿਆਂਗੇ। ਆ ਸਭ ਇਸ ਕਿਸਮ ਦੀ ਹੈ। ਤੁਸੀਂ ਦੱਸ ਰਹੇ ਸੀ ਪ੍ਰਧਾਨ ਜੀ, ਕੋਈ ਫਾਜ਼ਿਲਕਾ ਦੇ ਇੰਸਟੈਂਸ ਦੱਸ ਰਹੇ ਸੀਗੇ। ਆ ਮਤਲਬ ਇਜ਼ ਅ ਨਿਊ ਨਾਰਮਲ ਇਨ ਪੰਜਾਬ। ਇੱਕ ਬਹੁਤ ਹੀ ਖਤਰਨਾਕ ਨਵਾਂ ਇੱਕ ਸਾਮਾਨਿਆ ਵ੍ਰਿਤੀ ਬਣ ਗਈ, ਜਿਹਨੂੰ ਕਹਿੰਦੇ ਆ ਨਿਊ ਨਾਰਮਲ ਹੈਜ਼ ਬੀਨ ਐਸਟੈਬਲਿਸ਼ਡ। ਪਤਾ ਨਹੀਂ ਕਿੱਥੇ ਜਾ ਕੇ ਰੁਕੂਗਾ। ਤੇ ਨਾਰਮਲੀ ਪੈਰਾਮੀਟਰ ਜਿਹੜੇ ਹੈ ਨਾ, ਜਿਹੜੀ ਹੈ ਉਹਨੂੰ ਨਾਰਮਲੀ ਜੰਪ ਕਰਦੇ ਆ, ਤੇ ਦੇ ਰੇਜ਼ ਦਾ ਬਾਰ, ਦਿਸ ਬਾਰ ਇਜ਼ ਬੀਇੰਗ ਲੋਅਰਡ ਐਵਰੀ ਡੇ। ਵੀ ਕਿੱਥੇ ਜਾ ਕੇ ਪੰਜਾਬ ਟਿਕੂਗਾ, ਕਿਹੜੇ ਹਾਲਾਤ ਬਣਾਉਣਾ ਚਾਹੁੰਦੇ ਆ ਪੰਜਾਬ 'ਚ। ਭਗਵੰਤ ਮਾਨ ਜੀ, ਜਿਹੜਾ ਕੰਮ ਲੋਕਾਂ ਨੇ ਤੁਹਾਨੂੰ ਦਿੱਤੀ ਹੈ ਜ਼ਿੰਮੇਵਾਰੀ, ਸਰਕਾਰ ਚਲਾਉਣ ਦੀ ਦਿੱਤੀ ਹੈ, ਐਡਮਿਨਿਸਟ੍ਰੇਸ਼ਨ ਦੀ ਦਿੱਤੀ ਹੈ, ਪਲੀਜ਼ ਕੰਸਨਟਰੇਟ ਔਨ ਐਡਮਿਨਿਸਟ੍ਰੇਸ਼ਨ, ਗਵਰਨੈਂਸ। ਅੱਜ ਗਵਰਨੈਂਸ ਕਿਤੇ ਵੀ ਹੈ ਨਹੀਂ ਸਾਹਿਬ, ਗਵਰਨੈਂਸ ਨਾਮ ਦੀ ਕੋਈ ਚਿੜੀ ਵੀ ਨਹੀਂ ਹੈ। 1 ਮਹੀਨਾ ਹੋ ਗਿਆ, ਅੱਜ 9 ਤਾਰੀਖ ਹੈ, ਯਾਦ ਕਰੋ 9 ਤਾਰੀਖ, 9 ਜੁਲਾਈ ਪੰਚਕੂਲੇ ਦੇ ਅੰਦਰ ਪ੍ਰਧਾਨ ਜੀ ਵੋਟਾਂ ਮੰਗ ਰਹੇ ਸੀ, ਕੇਜਰੀਵਾਲ ਸਾਹਿਬ ਆਏ ਸੀ, ਭਗਵੰਤ ਮਾਨ ਜੀ 1 ਮਹੀਨੇ ਪਹਿਲੇ ਵੋਟਾਂ ਮੰਗ ਰਹੇ ਸੀ। ਜਦੋਂ ਆ ਬੱਦਲ ਆਏ ਹੈ ਤੇ ਡੇਰਾਬੱਸੀ, ਰੋਪੜ, ਇੱਥੇ ਸਾਰਾ ਏਰੀਆ, ਖਰੜ ਵਾਲਾ, ਮੁਹਾਲੀ ਸਾਰਾ ਡੁੱਬਿਆ। ਡੇਰਾਬੱਸੀ ਦੇ ਅੰਦਰ ਉਸੇ ਦਿਨ 2nd ਫਲੋਰ ਤਾਈਂ ਪਾਣੀ, ਕਿਉਂਕਿ ਉਹ ਸੁਸਾਇਟੀ ਸੀਗੀਆਂ ਜਿੱਥੇ ਪਾਣੀ ਪਹੁੰਚ ਗਿਆ, ਲੋਕ ਕਸ਼ਤੀਆਂ ਨਾਲ ਆਪਣੇ ਬੱਚਿਆਂ ਨੂੰ ਕੱਢ ਕੇ ਲੈ ਕੇ ਗਏ ਹੈ। ਤੇ ਭਗਵੰਤ ਮਾਨ ਜੀ ਨੂੰ ਇੱਥੇ ਵੋਟਾਂ ਦੀ ਲੱਗੀ ਸੀ, ਕੇਜਰੀਵਾਲ ਸਾਹਿਬ ਨੂੰ ਵੋਟਾਂ ਦੀ ਚਿੰਤਾ ਸੀ। ਮੈਂ ਬਾਰ-ਬਾਰ ਦੁਹਰਾ ਰਿਹਾ, ਕਹਿੰਦੇ ਨਾ ਵੀ ਲੋਕ ਵੀ ਕਹਿੰਦੇ ਜਾਣਦੇ ਹੋ ਜੀ ਬਹੁਤ, ਮੈਂ ਕਹਾਂ ਕਿਉਂ ਨਾ ਸਾਹਿਬ, ਕਿਉਂਕਿ 1 ਮਹੀਨਾ ਪੂਰਾ ਹੋ ਗਿਆ। ਅੱਜ 9 ਤਰੀਕ ਹੈ। ਇੱਕ ਦੀਵਾਨੀ ਨਹੀਂ ਕਿਸੇ ਨੂੰ, ਇੱਕ ਪੈਸਾ ਇਸ ਭਗਵੰਤ ਮਾਨ ਜੀ ਸੋ ਕਾਲਡ ਆਮ ਆਦਮੀ ਦੀ ਸਰਕਾਰ ਹੈ, ਇੱਕ ਪੈਸਾ ਕਿਸੇ ਨੂੰ ਕੰਪਨਸੇਸ਼ਨ ਦਾ ਅਜ ਤਾਈਂ ਨਹੀਂ ਮਿਲਿਆ। ਤੇ ਬਾਰ-ਬਾਰ ਆਪਣੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ। ਇਸ ਕਰਕੇ ਅਸੀਂ ਇਹ ਧਿਆਨ ਲੈ ਕੇ ਆਉਣਾ ਚਾਹ ਰਹੇ ਹਾਂ। ਅਸੀਂ ਸਾਰੇ ਏਰੀਆ 'ਚ ਜਾਵਾਂਗੇ, ਬਿਕੋਜ਼ ਕਰੀਬਨ 12 ਸਾਡੇ ਪਾਰਲੀਮੈਂਟਰੀ ਕੌਂਸਟੀਚੁਐਂਸੀ ਦੇ ਬੀਜੇਪੀ ਸਾਥੀਆਂ ਨਾਲ ਅਸੀਂ ਜਾ ਕੇ ਗੱਲਬਾਤ ਕਰ ਲਈ ਹੈ। ਇੱਕ ਕੌਂਸਟੀਚੁਐਂਸੀ ਬਚੀ, ਉਸ ਏਰੀਏ 'ਚ ਵੀ ਅਸੀਂ ਜਾ ਕੇ, ਮਾਨਸਾ ਏਰੀਏ ਤੇ ਬਠਿੰਡੇ ਏਰੀਏ 'ਚ ਜਾ ਕੇ ਸਾਰੀ ਉੱਥੇ ਗੱਲਬਾਤ ਲੋਕਾਂ ਨਾਲ ਕਰਾਂਗੇ। ਤੇ ਆ ਜਿਸ ਕਿਸਮ ਦੀਆਂ ਘਟਨਾਵਾਂ ਸਾਹਮਣੇ, ਵੀ ਵਿਲ ਹੋਲਡ ਦਿਸ ਗਵਰਨਮੈਂਟ ਅਕਾਊਂਟੇਬਲ ਇਹਨਾਂ ਦੀਆਂ ਗਲਤੀਆਂ ਵਾਸਤੇ। ਥੈਂਕ ਯੂ। ਦੇਖੋ, ਮੈਂ ਆਈ ਨੋ ਸਭ ਜਿਹੜਾ ਉਹਨਾਂ ਨੇ ਕਿਹਾ, ਕਦੋਂ ਉਹਨਾਂ ਨੇ ਕਿਹਾ, ਜਦੋਂ ਨੁਕਸਾਨ ਇੰਨਾ ਹੋ ਗਿਆ। ਮੈਂ ਭਗਵੰਤ ਮਾਨ ਜੀ ਦੇ ਵੀਡੀਓ ਕੋ ਤੁਹਾਨੂੰ ਦਿਖਾ ਦਿਆਂ, ਜਿਹਦੇ ਵਿੱਚ ਜਿਹੜੇ ਉਹ ਕਹਿ ਰਹੇ ਹੈ ਭਗਵੰਤ ਮਾਨ ਜੀ ਵੀ, ਕਹੋ ਤਾਂ 1 ਮਿੰਟ ਸੁਣਾਈ ਦੇਣ, ਯਾਰ ਪੇਸ਼ੈਂਸ 1 ਸੈਕਿੰਡ। ਜਿਹੜੇ ਕਹਿ ਰਹੇ ਆ ਵੀ ਤੁਸੀਂ ਸਾਨੂੰ ਬਿਲੀਵ ਕਰੋ, ਦਿੱਲੀ ਮਾਡਲ ਦੇ ਅੰਦਰ ਅਸੀਂ ਕਿਸੇ ਗਿਰਦਾਵਰੀ ਦੀ ਇੰਤਜ਼ਾਰ ਨਹੀਂ ਕਰਨੀ, ਅਸੀਂ ਪੈਸਾ 20,000 ਰੁਪਇਆ ਕਿਸਾਨਾਂ ਦੇ ਖਾਤਿਆਂ 'ਚ ਪਹਿਲਾਂ ਪਾ ਦੇंगे। 1 ਸੈਕਿੰਡ, ਹੱਥ ਕੰਗਨ ਕੋ ਆਰਸੀ ਕਿਹਾ, 1 ਸੈਕਿੰਡ ਮੈਂ ਤੁਹਾਨੂੰ ਦਿਖਾ ਦੇਣਾ, ਬਿਕੋਜ਼ ਬਿਨਾਂ ਫੈਕਟਸ ਐਂਡ ਫਿਗਰ ਦੇ ਗੱਲ ਕਰਨ ਦਾ ਕੋਈ ਮਾਇਨਾ ਨਹੀਂ ਹੈ। ਜੀ ਵੋਲਿਊਮ ਕਰਦੇ ਹਾਂ ਪਲੀਜ਼। ਗਿਰਦਾਵਰੀਆਂ ਬਾਅਦ 'ਚ, ਬਾਕੀ ਸਭ
ਚ ਹੁੰਦਾ ਰਹੂਗਾ ਜਿਵੇਂ ਦਿੱਲੀ ਦੇ ਵਿੱਚ ਹੁੰਦਾ ਹੈ, ਅਰਵਿੰਦ ਕੇਜਰੀਵਾਲ ਦੀ ਸਰਕਾਰ ਕਰਦੀ ਹੈ। ਪਹਿਲਾਂ 20,000 ਏਕੜ ਦਾ ਉਹ ਪੈਸੇ ਦੇ ਦਿੰਦੇ ਆ, ਪਹਿਲਾਂ ਲਓ ਗਰਦੌੜੀਆਂ ਬਾਅਦ ਚ ਹੁੰਦੀਆਂ ਰਹਿਣਗੀਆਂ, ਫਿਰ ਦੇਖਾਂਗੇ। ਹੁਣ ਕਿਹੜੇ ਭਗਵੰਤ ਮਾਨ ਜੀ ਦੇ ਮੈਂ ਯਕੀਨ ਕਰ ਲਵਾਂ? ਆਈ ਭਗਵੰਤ ਮਾਨ ਜੀ ਬੋਲ ਰਿਹਾ ਇਸ ਨਾਟ ਅ ਟੈਂਪਰਡ ਵੀਡੀਓ। ਜਾਂ ਤਾਂ ਮੇਰੇ ਤੇ ਕੇਸ ਕਰਾ ਦੇਣ ਵੀ ਸੁਨੀਲ ਝੂਠਾ ਵੀਡੀਓ ਬਣਾ ਕੇ ਲਿਆ ਚਲਾ ਰਹੇ ਹੈ, ਜਾਂ ਆ ਸਾਬੁਤ ਕਰ ਦੇਣ ਵੀ ਹੁਣ ਜਿਹੜਾ ਕਹਿ ਰਿਹਾ ਵੀ ਮੈਂ ਕੋਈ ਪੈਸੇ ਜੇ ਦੇਤੇ ਆ, ਆਪੋਜੀਸ਼ਨ ਨਿਖੇਧੀ ਕਰ ਰਹੀ ਹੈ। ਆਪੋਜੀਸ਼ਨ ਨਿਖੇਧੀ ਨਹੀਂ ਕਰ ਰਹੀ ਹੈ। ਆਪੋਜੀਸ਼ਨ ਦਾ ਇੱਕ ਤਾਂ ਸਵਾਲ ਦਾ ਜਵਾਬ ਅੱਜ ਵੀ ਮੇਰਾ ਉੱਥੇ ਖੜਾ ਹੈ, ਜਿਹੜਾ ਮੈਂ 10 ਤਰੀਕ ਨੂੰ ਪੁੱਛਿਆ ਸੀਗਾ। 4 ਜੁਲਾਈ ਨੂੰ ਵਾਰਨਿੰਗ ਆਈ ਸੀਗੀ ਵੀ ਹੈਵੀ ਰੇਨਫਾਲ ਇਜ਼ ਐਕਸਪੈਕਟਡ ਇਨ ਦਿਸ ਰੀਜਨ। 6 ਜੁਲਾਈ ਨੂੰ ਉਹਨਾਂ ਨੇ ਕਿਹਾ ਵੀ ਆਉਣ ਵਾਲੇ 2 ਦਿਨਾਂ ਦੇ ਅੰਦਰ 8 ਤਰੀਕ ਨੂੰ ਮੈਸਿਵ ਰੇਨਫਾਲ, ਮਤਲਬ ਜਿਹਨੂੰ ਯੈਲੋ ਅਲਰਟ ਕਹਿੰਦੇ ਆ, ਔਰੇਂਜ ਅਲਰਟ ਹੈ। ਉਹਨਾਂ ਨੇ 6 ਤਰੀਕ ਨੂੰ ਔਰੇਂਜ ਅਲਰਟ ਜਿਹੜਾ ਕੀਤਾ ਸੀਗਾ, ਜਿਹੜਾ ਨਕਸ਼ਾ ਅੱਜ ਵੀ ਮੈਂ ਨਾਲ ਲਈ ਫਿਰਦਾ ਵਿੱਚ ਆ ਸ਼ੋਨ ਔਨ ਸੋ ਮੈਨੀ ਓਕੇਜ਼ਨ। ਬਿਕੋਜ਼ ਦੇਖੋ ਇਹ ਪਿਕਟੋਰਲ ਜਿਹੜਾ ਐਵੀਡੈਂਸ ਹੈ, ਇਸ ਤੋਂ ਵਧੀਆ ਕੋਈ ਐਵੀਡੈਂਸ ਨਹੀਂ ਹੋ ਸਕਦਾ। ਕੋਈ ਬੰਦਾ ਕਹਿ ਦੇਵੇ ਮੈਂ ਪੜ੍ਹਿਆ ਲਿਖਿਆ ਨਹੀਂ, ਕੋਈ ਮੇਰੇ ਵਰਗਾ ਅਨਪੜ੍ਹ ਵੀ ਕੋਈ ਇਸ ਨੂੰ ਦੇਖਦਾ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਦੇਖ ਲਓ ਸਰ, ਦਿਸ ਇਜ਼ ਅਗੇਨ ਹੇਅਰ ਫॉर ਐਵਰੀਬਡੀ ਟੂ ਸੀ। ਇਟਸ ਨਾਟ ਆ ਕੋਈ ਪ੍ਰਿਵਿਲੇਜਡ ਜਾਂ ਕੋਈ ਖਾਸ ਇਨਫੋਰਮੇਸ਼ਨ ਨਹੀਂ ਜਿਹੜੀ ਮੇਰੇ ਕੋਲ ਹੈ। IMD ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦੀ ਸਾਈਟ ਤੇ 4 ਜੁਲਾਈ ਨੂੰ ਇੱਕ ਨਾਰਮਲ ਉਹਨਾਂ ਨੇ ਵਾਰਨਿੰਗ ਦਿੱਤੀ ਹੈ, ਐਕਸੈਸਿਵ ਮੈਸਿਵ ਰੇਨਫਾਲ ਪਲੀਜ਼ ਬੀ ਪ੍ਰੀਪੇਅਰਡ। 6 ਤਰੀਕ ਨੂੰ ਉਹਨਾਂ ਨੇ ਅਗਲੇ 2 ਦਿਨ ਦਾ ਜਿਹੜਾ 8 ਤਰੀਕ ਦਾ ਪਾਰਟਿਕੂਲਰ ਡੇਟ ਪਾ ਕੇ ਫॉर द 8th ਔਰੇਂਜ ਅਲਰਟ ਕੀਤਾ। ਕੋਈ ਰਿਵਿਊ ਮੀਟਿੰਗ ਜਿਹੜਾ ਫਰਜ਼ ਬਣਦਾ ਸੀਗਾ ਸਰਕਾਰ ਦਾ ਉਹ ਹੀ ਨਹੀਂ ਕੀਤਾ। ਅੱਜ ਮੈਂ ਕਿਵੇਂ ਭਗਵੰਤ ਮਾਨ ਜੀ ਦੀ ਗੱਲ ਮੰਨਣਾ ਵੀ ਅਸੀਂ ਸਾਰਾ ਕੁਝ ਕਰ ਰਹੇ ਹਾਂ? ਪਟਵਾਰੀ ਹੜਤਾਲ ਤੇ ਬੈਠੇ ਸੀ, DC ਆਫਿਸ ਵਾਲੇ ਹੜਤਾਲ ਤੇ ਬੈਠੇ ਸੀ। ਹੁਣ ਕੰਡੀਸ਼ਨਲ ਵਿਡਰਾਅ ਕਰ ਲਈ ਉਹਨਾਂ ਨੇ ਵੀ ਨਵੇਂ ਚੀਫ ਸੈਕਟਰੀ ਸਾਹਿਬ ਆਏ ਆ ਜਾਂ ਨਵੇਂ ਦੇਖ ਕੇ ਆ ਕੋਈ ਕਰਨਗੇ, ਸਾਡਾ ਮਸਲਾ ਹੱਲ ਕਰਨਗੇ, ਪਰ ਲੋਕਾਂ ਨੂੰ ਮਦਦ ਚਾਹੀਦੀ ਅਸੀਂ ਕਰਾਂਗੇ। ਬਟ ਸਰਕਾਰ ਦਾ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ। ਦੀਪਕ ਤਲੇ ਅੰਧੇਰਾ ਵਾਲੀ ਗੱਲ ਹੈ ਵੀ ਸਤੌਜ ਪਿੰਡ ਦੇ ਮੁੰਡੇ ਅਗਰ ਹੁਸ਼ਿਆਰਪੁਰ ਜਾ ਕੇ ਸਫਾਈ ਕਰਮਚਾਰੀ ਵਾਸਤੇ ਪੜ੍ਹੇ ਲਿਖੇ ਬੱਚੇ ਜਿਹੜੇ ਉੱਥੇ ਜਾ ਕੇ MCA ਦੀ ਡਿਗਰੀ ਲੈ ਕੇ ਅਗਰ ਸਫਾਈ ਕਰਮਚਾਰੀ ਦੀ ਜੋਬ ਵਾਸਤੇ ਅਪਲਾਈ ਕਰਦੇ, ਫਿਰ ਕਾਲਜਿਸ ਦੇ ਤਾਲਾ ਲਵਾ ਦਿਓ ਸਾਹਿਬ। ਫਿਰ ਕਿਉਂ ਪੈਸਾ ਖਰਾਬ ਕਰ ਰਹੇ ਆ? ਫਿਰ ਬੰਦ ਕਰ ਦਿਓ ਸਾਰਾ ਕੁਝ। ਦਿਸ ਇਜ਼ ਦਾ ਜੌਬ ਅਪਰਚੁਨਿਟੀਜ਼। ਤੁਸੀਂ ਬੱਚਿਆਂ ਨੂੰ ਆਹ ਕਹਿੰਦੇ ਮੈਂ ਤੁਹਾਨੂੰ ਬਾਹਰ ਨਹੀਂ ਜਾਣ ਦੂੰਗਾ, ਇੱਥੇ ਅੰਗਰੇਜ਼ ਆਣਗੇ, ਫਿਰ ਬੁਲਾ ਲਓ ਅੰਗਰੇਜ਼ਾਂ ਤੋਂ, ਕਰਾਓ ਸਫਾਈ ਕਰਾਓ। ਆਹ ਤਾਂ ਕੰਮ ਫਿਰ ਕਿਉਂ ਸਾਡੇ ਬੱਚਿਆਂ ਨੂੰ ਕਿਉਂ ਇੱਧਰ ਪਾਸੇ ਤੱਕ ਰਹੇ ਹੋ? ਸੋ ਦੇ ਹੈਵ ਮੇਡ ਅ ਮੌਕਰੀ ਆਫ ਗਵਰਨੈਂਸ ਆਫ ਦਿਸ ਇਜ਼ ਮੈਸੇਜ। ਸਭ ਤੁਸੀਂ ਦੇਖੋ ਅੱਜ ਪੰਜਾਬ ਦੇ ਇਸ਼ੂ ਡਿਸਕਸ ਕਰੀਏ, ਇਹਨਾਂ ਬੰਦਿਆਂ ਦੇ ਉੱਤੇ ਡਿਸਕਸ ਕਰਨਾ ਮੇਰਾ ਦਿਸ ਇਜ਼ ਅ ਪਰਸਨਲ ਐਡਰੈਸ ਟੂ ਹਿਮ। ਕਿਉਂਕਿ ਦੇਖੋ ਉਹ ਭੁੱਲ ਗਏ ਹੋਣੇ ਆ। ਮੈਂ ਤਾਂ ਅਜੇ ਵੀ ਜਿਨ੍ਹਾਂ ਨੂੰ ਮੈਂ ਕਿਤੇ ਦੋਸਤ ਕਿਹਾ ਸੀਗਾ ਅੱਜ ਤਾਈਂ ਉਸੇ ਲਕਸ਼ਮਣ ਰੇਖਾ ਦੇ ਦਾਇਰੇ 'ਚ ਮੈਂ ਰਹਿ ਕੇ ਗੱਲ ਕਰ ਰਿਹਾ। ਸੋ ਆਈ ਓਨਲੀ ਰਿਮਾਈਂਡਡ ਹਿਮ ਵੀ ਸ਼੍ਰੀਮਾਨ ਜੀ ਮੈਨੂੰ ਤੁਸੀਂ ਕ੍ਰਿਤਗਨਤਾ ਦੀ ਗੱਲ ਨਾ ਕਰੋ, ਤੁਸੀਂ ਵਫਾਦਾਰੀ ਦੀ ਗੱਲ ਕਰਦੇ ਹੋ। ਤੁਸੀਂ ਪਹਿਲਾਂ ਮਾਇਨੇ ਸਿੱਖ ਤਾਂ ਲਓ। ਕਾਂਗਰਸ ਪਾਰਟੀ ਤੇ ਸੁਨੀਲ ਦੀ ਛੱਡੋ, ਸੁਨੀਲ ਕਾਂਗਰਸ ਪਾਰਟੀ ਨੂੰ ਜਾਣਦਾ, ਕਾਂਗਰਸ ਪਾਰਟੀ ਸੁਨੀਲ ਨੂੰ ਜਾਣਦੀ ਹੈ। ਪਰ ਤੁਸੀਂ ਆਪਣੇ ਪੀੜੇ ਹੇਠਾਂ ਸੋਟੀ ਮਾਰ ਕੇ ਦੇਖੋ ਵੀ ਉਹ ਸਮਾਂ ਯਾਦ ਕਰੋ ਜਿਸ ਤੋਂ ਆਪਣਾ ਜਲੂਸ ਕਢਾਈ ਜਾਂਦੇ ਸੀਗੇ ਇੱਕ ਇਹੋ ਜਿਹੇ ਕੇਸ ਦੇ ਅੰਦਰ। ਕਿਹੜੇ ਬੰਦੇ ਨੇ ਕਿ ਤੁਹਾਡੀ ਇੱਜ਼ਤ ਥੋੜੀ ਬਹੁਤ ਉਹਦੇ ਤੇ ਪਰਦਾ ਪਾਇਆ, ਕੋਈ ਲੀੜਾ ਪਾਇਆ ਵੀ ਇਹਨੂੰ ਟੱਕੇ ਰੱਖੋ? ਉਹ ਜਵਾਬ ਦੇਣਗੇ, ਫਿਰ ਇਹਦੇ ਤਫਸੀਲ ਨਾਲ ਗੱਲ ਕਰਾਂਗੇ। ਪੰਜਾਬ ਸਰਕਾਰ ਦੇ ਇੱਕ ਮੰਤਰੀ ਵੱਲੋਂ ਡੀਓ ਲੈਟਰ ਵੀ ਲਗਾਇਆ ਗਿਆ ਤੇ 2 ਮੰਤਰੀਆਂ ਦਾ ਨਾਮ ਇਸ ਦੇ ਵਿੱਚ ਆ ਰਿਹਾ ਕਿ ਉਹਨਾਂ ਨੇ ਉਹਨੂੰ ਪ੍ਰਮੋਸ਼ਨ ਜਿਹੜੀ ਦਿੱਤੀ ਹੈ ਤੇ 100 ਏਕੜ ਦਾ ਜਿਹੜਾ ਤਰੀਕੇ ਨਾਲ ਘਪਲਾ ਜੋ ਦੱਸਿਆ ਜਾ ਰਿਹਾ ਹੈਗਾ, ਇਸ ਦੇ ਉੱਤੇ ਤੁਹਾਡੀ ਪਾਰਟੀ ਦਾ ਕੀ ਕਹਿਣਾ ਹੈਗਾ? ਜੀ ਟਿੱਪਣੀ ਕਰਨਾ ਚਾਹੁੰਦਾ। ਦੇਖੋ ADC ਇਜ਼ ਜਸਟ ਅ ਟੂਲ, ਇੰਸਟਰੂਮੈਂਟ। ਉਹਨੂੰ ਇਸਤੇਮਾਲ ਕੀਤਾ ਗਿਆ ਹੈ। ਬੈਨੀਫੀਸ਼ਰੀ ਕੌਣ ਹੈ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਹੈ। ਜਿਹੜੇ ਲੋਕਾਂ ਨੇ ਇਸ ਮਸਲੇ ਨੂੰ ਕਿਸ ਗੱਲ ਵਾਸਤੇ ਇੰਜਾਮ ਦਿੱਤਾ ਤੁਹਾਡੇ ਸਾਹਮਣੇ ਹੈ। ਉਸੇ ਰਿਪੋਰਟ ਦੇ ਵਿੱਚ ਇਹ ਵੀ ਹੈ ਵੀ ਕਿੰਨਾ ਉੱਥੇ ਮਾਈਨਿੰਗ ਮਟੀਰੀਅਲ ਉਹਦੇ 'ਚ ਅਵੇਲੇਬਲ ਹੈਗਾ ਉਸ ਜਗ੍ਹਾ ਦੇ ਅੰਦਰ, ਜਿਹੜੀ ਦਰਿਆ ਦੇ ਅੰਦਰੋਂ ਜਿਹੜੀ ਰੇਤਾ ਕੱਢ ਕੇ ਵੇਚਣ ਦਾ ਉੱਥੇ ਕਿੰਨਾ 2.5 ਕਰੋੜ ਰੁਪਏ ਮਹੀਨੇ ਦਾ ਜਾਂ ਹਫ਼ਤੇ ਦਾ ਉੱਥੇ ਜਿਹੜਾ ਸਮਾਂ ਜਿਹੜਾ ਉਹਨਾਂ ਨੇ ਪੱਕਾ ਕਰ ਲਿਆ ਸੀਗਾ। ਆ ਇੱਕ DDPO ਜਾਂ ADC ਨਹੀਂ ਸੀ ਕਰ ਸਕਦਾ। ਇਹਦੇ ਪਿੱਛੇ ਹੱਥ ਜਿਹੜੇ ਹੈ ਉੱਚੇ ਲੈਵਲ 'ਚ ਹੈ ਤੇ ਉਹੀ ਲੋਕਾਂ ਤੇ ਆ ਕੇ ਮੁੜ ਘਿੜ ਕੇ ਸੂਈ ਉੱਥੇ ਆ ਜਾਂਦੀ ਹੈ ਜਿਨ੍ਹਾਂ ਦੇ
ਕਰੈਕਟਰ ਨੂੰ ਲੈ ਕੇ ਪਹਿਲਾਂ ਬਹੁਤ ਸਾਰੇ ਸਵਾਲ ਉੱਠ ਚੁੱਕੇ। ਖੁਦ ਗਵਰਨਰ ਸਾਹਿਬ ਨੇ ਵਿਚ ਨਾਰਮਲੀ ਹੀ ਡਜ਼ ਨਾਟ ਇੰਡਲਜ ਇਨਟੂ ਦੈਟ ਕਾਈਂਡ ਆਫ ਅ ਸਟਰੋਂਗ ਲੈਂਗੁਏਜ ਵੀ ਉਹਨਾਂ ਨੇ ਇੰਡਾਈਟ ਕੀਤਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਾਰੇ ਜੋ ਵਿਜ਼ੂਅਲ ਡਾਕੂਮੈਂਟ ਆਏ ਸੀ ਉਹਨਾਂ ਕੋਲ ਪ੍ਰੂਫ ਉਹ ਐਗਜ਼ਾਮਿਨ ਵੀ ਕਰਾਏ ਸੀਗੇ ਉਹਨਾਂ ਮੰਤਰੀ ਜੀ ਨੂੰ ਲੈ ਕੇ, ਤੇ ਉਹਨਾਂ ਦੀ ਜਾਂਚ ਅਗਰ ਸਰਕਾਰ ਨਹੀਂ ਕਰਦੀ ਤੇ ਮੈਂ ਸਮਝਦਾ ਵੀ ਇਹਦੇ ਉੱਤੇ ਅਸੀਂ ਕਾਰਵਾਈ ਕਰਾਂਗੇ। ਆਈ ਵੁੱਡ ਨਾਟ ਦੇਖੋ ਪੰਜਾਬ ਦੇ ਅੰਦਰ ਸਰਕਾਰ ਨੂੰ ਬਾਧਿਆ ਕਰਾਂਗੇ ਵੀ ਅਸੀਂ ਇਹਨਾਂ ਦੇ ਹੁਣ ਵਿਸ਼ਵਾਸ ਤਾਂ ਰਹਿ ਨਹੀਂ ਗਿਆ, ਵਿਜੀਲੈਂਸ ਤਾਂ ਇਹਨਾਂ ਨੇ ਹੋਰ ਪਾਸੇ ਤੋਰ ਰੱਖੀ ਹੈ, ਤੇ ਸੀਬੀਆਈ ਦੀ ਇਨਕੁਆਇਰੀ ਵੀ ਮਾਰਕ ਕਰਾਂਗੇ ਵੀ ਆ ਦੇਖ ਕੇ ਇਹਨਾਂ ਦਾ ਪਰਦਾ ਖੁੱਲੇ। ਜਿਹਦੇ ਅਗਰ ਸੀਬੀਆਈ ਉੱਥੇ ਦਿੱਲੀ ਦੇ ਡਿਪਟੀ ਚੀਫ ਮਿਨਿਸਟਰ ਤੇ ਦੂਜੇ ਮਿਨਿਸਟਰ ਸਾਹਿਬ ਨੂੰ ਫੜ ਕੇ ਅੰਦਰ ਕਰ ਸਕਦੀ ਹੈ ਤਾਂ ਓਬਵੀਅਸਲੀ ਆ ਜਿਹੜੇ ਮੰਤਰੀ ਸਾਹਿਬ ਹੈ ਜਿਹੜੇ ਇੱਕ ਜਾਂ ਦੋ ਹੈ ਹੂਸਐਵਰ ਇਜ਼ ਦਾ ਐਕਚੁਅਲ ਬੈਨੀਫੀਸ਼ੀਅਰੀ, ਡੀਡੀਪੀਓ ਇਜ਼ ਓਨਲੀ ਇੰਸਟਰੂਮੈਂਟ, ਉਹਨੂੰ ਤਾਂ ਸਜ਼ਾ ਮਿਲੂਗੀ ਕਿ ਉਹਨੇ ਜੋ ਕੁਝ ਕੀਤਾ, ਪਰ ਬੈਨੀਫੀਸ਼ੀਅਰੀ ਕਿਹੜੇ ਸੀ ਜਿਨ੍ਹਾਂ ਦੇ ਕਹਿਣ ਤੇ ਕੀਤਾ, ਦੇ ਸ਼ੁੱਡ ਬੀ ਆਇਡੈਂਟੀਫਾਈਡ ਐਂਡ ਐਕਸਪੋਜ਼ਡ। देखिए, अमित शाह जी ने, देश के गृह मंत्री ने बड़े विस्तार से वहां पे बताया कि ये वो दिल्ली का ये असेंबली, आपने जो प्रोरोग की बात कर रहे हैं तो दिल्ली वाला सेशन आज तक प्रोरोग हुआ ही नहीं साहब, वो तो आज तक ही निर्विघ्न चले जा रहा है। एक सिटिंग के लिए या दो सिटिंग बजट के लिए करने के लिए वो सारा सेशन है, सारे साल खुला रहता है। तो उसी परंपरा पे ये चल रहे हैं, जैसे निर्विघ्न तरीके से वहां पे धज्जियां उड़ाई जा रही हैं संविधान की दिल्ली के अंदर, वही काम यहाँ करने की कोशिश कर रहे हैं पंजाब के अंदर। वहां पे अपने मंत्रियों को बचाने के लिए जब मेन रीजन, जब माननीय गृह मंत्री का भाषण वहां पे सुन रहा था तो बिल्कुल उन्होंने जी सीधी गल आखी भी आ जी सब तो पहला काम जो सुप्रीम कोर्ट की डायरैक्शनस आई सी इनिशियली भी आ अपना काम कर सकते, उन्होंने सब तो पहला जो फाइल मंगाई सी एक्साइज घोटाले नूं लैके, दारू वाले घोटाले नूं लैके, दूजी फाइल मंगाई शीश महल नूं लैके। सो ओबवियसली सरकार की जी इंटेंशन है किहड़े लोकतंत्र की बचाव कर रहे सी, अपनी सेविंग देयर ओन स्किन ਉਹਦਾ ਕਰ ਰਹੇ ਸੀ, ਉਹਦੇ ਵਾਸਤੇ ਸਾਰਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਪ੍ਰਯਾਸ ਕਰ ਰਹੇ। ਸੋ ਦੇ ਸਟੈਂਡ ਐਕਸਪੋਜ਼ ਸਾਹਿਬ ਹੋਣਾ ਪੰਜਾਬ ਵਾਲਾ ਮਸਲਾ ਜਿਹਾ ਆਈ ਥਿੰਕ ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ। ਅਸੀਂ ਸਰਕਾਰ ਨੂੰ ਬਾਧਿਆ ਕਰਾਂਗੇ ਵੀ ਆ ਜਿਹੜੀ ਇਨਕੁਆਇਰੀ ਹੋਵੇ ਤੇ ਇਹਨਾਂ ਤੇ ਆਖਿਰ ਤੇ ਲੈ ਕੇ ਜਾਇਆ ਜਾਵੇ ਸਭ। ਦੇ ਵਿਲ ਬੀ ਹੈਲਡ ਅਕਾਊਂਟੇਬਲ ਸਰ। ਥੈਂਕ ਯੂ।